ਸਤਿ ਸ਼੍ਰੀ ਅਕਾਲ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਦੇ ਨਾਲ। ਸਭ ਤੋਂ ਪਹਿਲਾਂ ਦੱਸਾਂਗੇ ਕੈਨੇਡਾ ਭਰ ਵਿੱਚ ਕੋਰੋਨਾ ਵਾਇਰਸ ਦੇ ਕੀ ਹੋਏ ਅੰਕੜੇ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਕੀਤਾ ਸਾਂਝਾ, ਦੇਸ਼ ਵਿੱਚ ਐਂਟਰੀ ਮੌਕੇ ਘੱਟ ਸਮੇਂ 'ਚ ਵਿਹਲੇ ਹੋਣ ਲਈ ਐਪ ਰਾਹੀਂ ਦਵੋ ਜਾਣਕਾਰੀ। ਖਬਰਾਂ 'ਚ ਦੱਸਾਂਗੇ ਕਿਵੇਂ। ਜੂਨ ਤੋਂ ਨੈਸ਼ਨਲ ਪਾਰਕਾਂ ਖੋਲ੍ਹਣ ਦੀ ਦਿੱਤੀ ਗਈ ਇਜਾਜ਼ਤ। ਪਾਰਕਸ ਕੈਨੇਡਾ ਤੇ ਜਾ ਕੇ ਦੇਖੋ ਕਿਹੜੀਆਂ ਪਾਰਕਾਂ ਨੂੰ ਖੋਲ੍ਹ ਦੇਣ ਦੀ ਮਿਲ ਰਹੀ ਹੈ ਇਜਾਜ਼ਤ। ਵਾਵੇ ਦੇ ਵਿੱਤੀ ਵਿਭਾਗ ਦੀ ਮੁਖੀ ਦੇ ਉੱਤੇ ਕੈਨੇਡਾ ਵਿੱਚ ਚੱਲੇਗਾ ਕੇਸ। ਜੱਜ ਨੇ ਅੱਜ ਕੀ ਕੀਤੀ ਸੁਣਵਾਈ, ਦੱਸਾਂਗੇ। ਨੋਵਾ ਸਕੋਸ਼ੀਆ ਵਿੱਚ ਬਾਰ, ਜਿਮ, ਹੇਅਰ ਸੈਲੂਨ ਜੂਨ 5 ਤੋਂ ਖੋਲ੍ਹਣ ਦਾ ਕੀਤਾ ਗਿਆ ਐਲਾਨ। ਬ੍ਰਿਟਿਸ਼ ਕੋਲੰਬੀਆ ਵਿੱਚ ਪ੍ਰੀਮੀਅਰ ਨੇ ਅੱਜ ਕੀ ਕੀਤੇ ਐਲਾਨ ਤੇ ਨਾਲ ਹੀ ਐਮਰਜੈਂਸੀ ਦੇ ਵਿੱਚ ਕੀਤਾ ਵਾਧਾ, ਦੱਸਾਂਗੇ ਹੋਰ ਕੀ ਦਿੱਤੀ ਜਾਣਕਾਰੀ। ਕੈਨੇਡਾ ਬਾਰਡਰ ਤੇ ਮਿਲੀ 20 ਕਿਲੋ ਕੋਕੇਨ, ਟਰੱਕ ਡਰਾਈਵਰ ਗ੍ਰਿਫਤਾਰ। ਇੱਕ ਰਿਪੋਰਟ ਆਈ ਸਾਹਮਣੇ, ਆਉਂਦੇ ਸਮੇਂ ਵਿੱਚ ਕੈਨੇਡਾ ਵਿੱਚ ਸਸਤੇ ਹੋ ਜਾਣਗੇ ਘਰ ਤੇ ਘਰਾਂ ਦੀ ਵਿਕਰੀ ਵੀ ਘਟਣ ਦਾ ਅੰਦਾਜ਼ਾ। ਓਨਟਾਰੀਓ ਸਰਕਾਰ ਨੇ 5 ਹੋਰ ਸੀਨੀਅਰ ਹੋਮਸ ਦੀ ਲਈ ਜ਼ਿੰਮੇਵਾਰੀ। ਬਜ਼ੁਰਗਾਂ ਦੇ ਬਾਰੇ ਸਾਹਮਣੇ ਆਈ ਰਿਪੋਰਟ ਤੋਂ ਬਾਅਦ ਇਹ ਫੈਸਲੇ। ਇਸ ਨਾਲ ਹੀ ਹੁਣ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਅੰਕੜਿਆਂ ਦੇ ਨਾਲ। ਹਰ ਸੂਬੇ ਦੇ ਵਿੱਚ ਆਖਿਰ ਕਿੰਨੇ ਅੰਕੜੇ ਹੋ ਗਏ ਨੇ, ਦੇਸ਼ ਭਰ ਦੇ ਵਿੱਚ ਕੋਰੋਨਾ ਵਾਇਰਸ ਦੇ ਹੁਣ ਤੱਕ ਕੁੱਲ ਕਿੰਨੇ ਮਰੀਜ਼ ਹੋਏ ਨੇ ਤੇ ਕਿੰਨੀਆਂ ਮੌਤਾਂ ਹੋਈਆਂ ਨੇ ਤੇ ਕਿੰਨੇ ਵਿਅਕਤੀ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਨੇ। ਕੈਨੇਡਾ ਭਰ ਵਿੱਚ ਹੁਣ ਤੱਕ 87,508 ਕੋਰੋਨਾ ਵਾਇਰਸ ਦੇ ਮਰੀਜ਼ ਹੋ ਚੁੱਕੇ ਨੇ। 6765 ਮੌਤਾਂ ਹੋ ਚੁੱਕੀਆਂ ਨੇ ਤੇ 46,177 ਵਿਅਕਤੀ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਨੇ। ਐਲਬਰਟਾ ਤੋਂ ਹੁਣ ਤੱਕ 6926 ਮਾਮਲੇ ਸਾਹਮਣੇ ਆਏ ਨੇ, 141 ਮੌਤਾਂ ਹੋਈਆਂ ਨੇ। ਬ੍ਰਿਟਿਸ਼ ਕੋਲੰਬੀਆ ਤੋਂ 2550 ਮਾਮਲੇ ਸਾਹਮਣੇ ਆਏ ਨੇ, 162 ਮੌਤਾਂ ਹੋਈਆਂ ਨੇ। ਮੈਨੀਟੋਬਾ ਤੋਂ 292 ਮਾਮਲੇ ਸਾਹਮਣੇ ਆਏ, 7 ਮੌਤਾਂ ਹੋਈਆਂ। ਨਿਊ ਬਰੰਸਵਿਕ ਤੋਂ 123 ਮਾਮਲੇ ਸਾਹਮਣੇ ਆਏ। ਨਿਊਫਾਊਂਡਲੈਂਡ ਤੋਂ 260 ਮਾਮਲੇ ਸਾਹਮਣੇ ਆਏ, 3 ਮੌਤਾਂ ਹੋਈਆਂ। ਨੋਵਾ ਸਕੋਸ਼ੀਆ ਤੋਂ 1053 ਮਾਮਲੇ ਸਾਹਮਣੇ ਆਏ, 59 ਮੌਤਾਂ ਹੋਈਆਂ। ਓਨਟਾਰੀਓ ਤੋਂ 26,483 ਮਾਮਲੇ ਸਾਹਮਣੇ ਆਏ, 2248 ਮੌਤਾਂ ਹੋਈਆਂ। ਪ੍ਰਿੰਸ ਐਡਵਰਡ ਆਈਲੈਂਡ ਤੋਂ 27 ਮਾਮਲੇ ਸਾਹਮਣੇ ਆਏ। ਕਿਊਬੈਕ ਤੋਂ 49,139 ਮਾਮਲੇ ਸਾਹਮਣੇ ਆਏ, 4228 ਮੌਤਾਂ ਹੋਈਆਂ। ਸਸਕੈਚਵਨ ਤੋਂ 637 ਮਾਮਲੇ ਸਾਹਮਣੇ ਆਏ, 10 ਮੌਤਾਂ ਹੋਈਆਂ। ਨਾਰਥ ਵੈਸਟ ਟੈਰੀਟਰੀਜ਼ ਤੋਂ 5 ਮਾਮਲੇ ਸਾਹਮਣੇ ਆਏ ਤੇ ਯੂਕੋਨ ਤੋਂ 11 ਮਾਮਲੇ ਸਾਹਮਣੇ ਆਏ ਨੇ। ਇਸ ਨਾਲ ਹੀ ਹੁਣ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਕੈਨੇਡਾ ਦੇ ਬਾਰਡਰ ਸਰਵਿਸਿਜ਼ ਅਧਿਕਾਰੀਆਂ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਇੱਕ ਐਪਲੀਕੇਸ਼ਨ ਦਾ ਜ਼ਿਕਰ ਕੀਤਾ ਹੈ। ਦਰਅਸਲ ਇਸ ਐਪਲੀਕੇਸ਼ਨ ਦੇ ਰਾਹੀਂ ਤੁਸੀਂ ਆਪਣੀ ਜਾਣਕਾਰੀ, ਅਹਿਮ ਜੋ ਕੋਵਿਡ-19 ਨਾਲ ਸੰਬੰਧਿਤ ਸਵਾਲ ਹੋਣਗੇ ਉਸ ਦੇ ਜਵਾਬ ਪਹਿਲਾਂ ਹੀ ਦੇ ਸਕਦੇ ਹੋ ਜੇਕਰ ਤੁਸੀਂ ਕੈਨੇਡਾ ਆ ਰਹੇ ਹੋ। ਕੈਨੇਡਾ ਪਹੁੰਚਣ ਦੇ ਉੱਤੇ ਬਾਰਡਰ ਦੇ ਉੱਤੇ ਜੋ ਸਵਾਲ ਪੁੱਛੇ ਜਾਂਦੇ ਨੇ ਤੇ ਕੋਵਿਡ-19 ਸੰਬੰਧੀ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ, ਉਸ ਦੇ ਲਈ ਲੰਮੀ ਕਤਾਰ ਜਾਂ ਫਿਰ ਜ਼ਿਆਦਾ ਸਮੇਂ ਵਾਸਤੇ ਉਡੀਕ ਕਰਨ ਤੋਂ ਬਚ ਸਕਦੇ ਹੋ ਜੇਕਰ ਤੁਸੀਂ ਉਸ ਐਪਲੀਕੇਸ਼ਨ ਦੇ ਰਾਹੀਂ ਪਹਿਲਾਂ ਹੀ ਜਾਣਕਾਰੀ ਸਾਰੀ ਭਰ ਦਿੰਦੇ ਹੋ। ਇਸ ਸੰਬੰਧੀ ਕੈਨੇਡਾ ਦੇ ਬਾਰਡਰ ਸਰਵਿਸ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਤੁਸੀਂ ਇਸ ਐਪਲੀਕੇਸ਼ਨ ਦੇ ਰਾਹੀਂ ਪੂਰੀ ਜਾਣਕਾਰੀ ਪਹਿਲਾਂ ਹੀ ਭਰ ਦਿੰਦੇ ਹੋ ਤਾਂ ਤੁਹਾਨੂੰ ਜ਼ਿਆਦਾ ਉਡੀਕ ਨਹੀਂ ਕਰਨੀ ਪਵੇਗੀ, ਨਹੀਂ ਤਾਂ ਕਾਫੀ ਲੰਬੇ ਚਿਰ ਵਾਸਤੇ ਉਡੀਕ ਕਰਨੀ ਪੈਂਦੀ ਹੈ, ਕਿਉਂਕਿ ਇਸ ਦੇ ਉੱਤੇ ਜੋ ਸਵਾਲ ਜਵਾਬ ਦਾ ਸਿਲਸਿਲਾ ਹੈ ਉਹ ਕਾਫੀ ਜ਼ਿਆਦਾ ਲੰਮਾ ਚੱਲਦਾ ਹੈ। ਐਪਲੀਕੇਸ਼ਨ ਦਾ ਨਾਮ ਅਰਾਈਵ ਕੈਨ ਹੈ, ਜੋ ਕਿ iOS ਤੇ ਐਂਡਰੋਇਡ ਫੋਨ ਦੋਨਾਂ ਦੇ ਵਾਸਤੇ ਮੌਜੂਦ ਹੈ, ਜਿਸ ਨੂੰ ਕਿ canada.ca ਦੇ ਉੱਤੇ ਜਾ ਕੇ ਦੇਖਿਆ ਜਾ ਸਕਦਾ ਹੈ ਤੇ ARRIVECAN ਐਪਲੀਕੇਸ਼ਨ ਦਾ ਇਹ ਨਾਮ ਹੈ, ਜਿਸ ਨੂੰ ਕਿ ਫੋਨ ਦੇ ਵਿੱਚ ਡਾਊਨਲੋਡ ਕਰਕੇ ਇਸ ਦੇ ਉੱਤੇ ਜਾਣਕਾਰੀ ਪਹਿਲਾਂ ਤੋਂ ਦਿੱਤੀ ਜਾ ਸਕਦੀ ਹੈ, ਜਿਸ ਦੇ ਵਿੱਚ ਉਮਰ ਦੇ ਬਾਰੇ ਪੁੱਛਿਆ ਜਾਂਦਾ ਹੈ ਤੇ 14 ਦਿਨ ਵਾਸਤੇ ਤੁਹਾਡੇ ਕੋਲ ਰਹਿਣ ਦੇ ਲਈ ਵਸੀਲਾ ਹੈ ਜਾਂ ਨਹੀਂ ਉਸ ਦੇ ਬਾਰੇ ਪੁੱਛਿਆ ਜਾਂਦਾ ਹੈ ਤੇ ਹੋਰ ਵੀ ਜਾਣਕਾਰੀ ਪੁੱਛੀ ਜਾਂਦੀ ਹੈ ਤੇ ਨਾਲ ਹੀ ਦਵਾਈਆਂ ਜੇਕਰ ਤੁਸੀਂ ਕੋਈ ਲੈ ਰਹੇ ਹੋ ਜਾਂ ਫਿਰ ਭੋਜਨ ਕਿਸੇ ਤਰ੍ਹਾਂ ਦਾ ਉਸ ਸੰਬੰਧੀ ਵੀ ਜਾਣਕਾਰੀ ਪੁੱਛੀ ਜਾਂਦੀ ਹੈ ਤੇ ਨਿੱਜੀ ਤੌਰ ਦੇ ਉੱਤੇ ਤੁਸੀਂ ਆਪਣੇ ਆਉਣ ਜਾਣ ਦਾ ਵਸੀਲਾ ਹੈ ਜੋ ਉਹ ਕੀਤਾ ਜਾਂ ਨਹੀਂ ਉਸ ਸੰਬੰਧੀ ਜਾਣਕਾਰੀ ਲਈ ਜਾਂਦੀ ਹੈ। ਤੇ ਨਾਲ ਹੀ ਇਹ ਉਸ ਦੇ ਵਿੱਚ ਦੱਸਿਆ ਗਿਆ ਕਿ ਲਾਜ਼ਮੀ ਹੈ ਕਿ ਤੁਸੀਂ ਮਾਸਕ ਜ਼ਰੂਰ ਪਾਉਣਾ ਹੈ ਤੇ ਮਾਸਕ ਪਾ ਕੇ ਹੀ ਤੁਸੀਂ ਟਰੈਵਲ ਕਰ ਸਕਦੇ ਹੋ। ਤੇ ਇਸ ਸੰਬੰਧੀ ਉਹਨਾਂ ਨੇ ਕਿਹਾ ਕਿ ਹੋਰ ਜਾਣਕਾਰੀ ਤੁਸੀਂ ਲੈਣੀ ਹੈ ਤਾਂ ਵੈਬਸਾਈਟ ਦੇ ਉੱਤੇ ਜਾ ਕੇ ਇਸ ਦੇ ਬਾਰੇ ਪੂਰੀ ਜਾਣਕਾਰੀ ਮੌਜੂਦ ਹੈ। ਅਰਾਈਵ ਕੈਨ ਮੋਬਾਈਲ ਐਪ ਦੇ ਨਾਲ ਹੀ ਇੱਕ
ਵੈਬ ਬੇਸਡ ਫਾਰਮ ਵੀ ਮੌਜੂਦ ਹੈ ਤੇ ਇੱਕ ਪੇਪਰ ਵਾਲਾ ਫਾਰਮ ਵੀ ਹੈਗਾ ਜਿਸ ਨੂੰ ਕਿ ਉੱਥੇ ਜਾ ਕੇ ਵੀ ਭਰਿਆ ਜਾ ਸਕਦਾ ਹੈ। ਅਗਲੀ ਖਬਰ ਹੈ ਕੈਨੇਡਾ ਦੇ ਨੈਸ਼ਨਲ ਪਾਰਕਸ ਦੇ ਬਾਰੇ ਜਾਣਕਾਰੀ। ਨੈਸ਼ਨਲ ਪਾਰਕਸ ਸਾਰੀਆਂ ਨਹੀਂ ਸਗੋਂ ਕੁਝ ਨੂੰ ਖੋਲ੍ਹਿਆ ਜਾ ਰਿਹਾ ਹੈ। ਜੂਨ ਤੋਂ ਇਹਨਾਂ ਪਾਰਕਸ ਨੂੰ ਖੋਲ੍ਹਣ ਦੇ ਬਾਰੇ ਸਾਰੀ ਜਾਣਕਾਰੀ ਵੈਬਸਾਈਟ ਦੇ ਉੱਤੇ ਦਿੱਤੀ ਜਾ ਰਹੀ ਹੈ। ਪਾਰਕਸ ਕੈਨੇਡਾ ਦੇ ਉੱਤੇ ਇਸ ਸੰਬੰਧੀ ਇਹ ਜਾਣਕਾਰੀ ਹੈ ਕਿ ਆਖਿਰ ਕਿਹੜੀਆਂ ਪਾਰਕਾਂ ਕਿੰਨੇ ਸਮੇਂ ਵਾਸਤੇ ਖੋਲ੍ਹੀਆਂ ਜਾ ਰਹੀਆਂ ਨੇ ਤੇ ਕਿਹੜੀਆਂ ਸਹੂਲਤਾਂ ਮੌਜੂਦ ਹੋਣਗੀਆਂ। ਪਾਰਕਸ ਕੈਨੇਡਾ ਦੇ ਵੱਲੋਂ ਅੱਜ ਐਲਾਨ ਕੀਤਾ ਗਿਆ ਹੈ ਕਿ ਜੂਨ 1 ਤੋਂ ਕਈ ਨੈਸ਼ਨਲ ਪਾਰਕਸ ਉਹਨਾਂ ਦੇ ਵੱਲੋਂ ਖੋਲ੍ਹ ਦਿੱਤੀਆਂ ਜਾਣਗੀਆਂ। ਇਸ ਦੌਰਾਨ ਨੈਸ਼ਨਲ ਪਾਰਕਸ, ਹਿਸਟੋਰਿਕ ਸਾਈਟਸ ਤੇ ਮੈਰੀਨ ਕੰਜ਼ਰਵੇਸ਼ਨ ਏਰੀਆਜ਼ ਕੁਝ ਖੋਲ੍ਹੇ ਜਾਣਗੇ, ਸਾਰੇ ਨਹੀਂ, ਜੋ ਕਿ ਪਾਰਕਸ ਕੈਨੇਡਾ ਦੇ ਅਧੀਨ ਆਉਂਦੇ ਨੇ, ਜਿਨ੍ਹਾਂ ਨੂੰ ਮਾਰਚ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ ਤਾਂ ਕਿ ਕੋਵਿਡ-19 ਲੋਕਾਂ ਦਰਮਿਆਨ ਨਾ ਫੈਲੇ। ਇਸ ਸੰਬੰਧੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮਈ 14 ਨੂੰ ਐਲਾਨ ਕੀਤਾ ਸੀ ਕਿ ਜਲਦ ਹੀ ਪਾਰਕਾਂ ਨੂੰ ਖੋਲ੍ਹਣ ਦੇ ਬਾਰੇ ਐਲਾਨ ਕੀਤਾ ਜਾਵੇਗਾ, ਪਰ ਉੱਥੇ ਹੀ ਇਹ ਐਲਾਨ ਕੀਤਾ ਜਾਵੇਗਾ, ਉਹਨਾਂ ਹੀ ਪਾਰਕਾਂ ਨੂੰ ਖੋਲ੍ਹਿਆ ਜਾਵੇਗਾ ਜਿੱਥੇ ਲੋਕ ਇੱਕ ਦੂਜੇ ਦਰਮਿਆਨ ਦੂਰੀ ਬਣਾ ਕੇ ਰੱਖ ਸਕਣਗੇ। ਤੇ ਇਸੇ ਨੂੰ ਲੈ ਕੇ ਹੁਣ ਪਾਰਕਸ ਕੈਨੇਡਾ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੇ 29 ਪਾਰਕਾਂ ਨੂੰ ਖੋਲ੍ਹ ਦਿੱਤਾ ਹੈ ਜੋ 1 ਜੂਨ ਤੋਂ ਖੁੱਲ੍ਹ ਜਾਣਗੀਆਂ ਤੇ ਕੈਨੇਡਾ ਦੇ ਵਿੱਚ ਕੁੱਲ 48 ਨੈਸ਼ਨਲ ਪਾਰਕਸ ਨੇ, ਜਿਨ੍ਹਾਂ ਵਿੱਚੋਂ 29 1 ਜੂਨ ਤੋਂ ਖੁੱਲ੍ਹ ਰਹੀਆਂ ਨੇ ਤੇ ਉਹਨਾਂ ਦੀ ਸੂਚੀ ਪਾਰਕਸ ਕੈਨੇਡਾ ਦੇ ਉੱਤੇ ਮੌਜੂਦ ਹੈ, ਜਿੱਥੇ ਜਾ ਕੇ ਸਾਰੀ ਜਾਣਕਾਰੀ ਲਈ ਜਾ ਸਕਦੀ ਹੈ। ਪਾਰਕਸ ਕੈਨੇਡਾ ਦੀ ਵੈਬਸਾਈਟ ਦੇ ਉੱਤੇ ਇਸ ਐਲਾਨ ਦੇ ਬਾਰੇ ਪੂਰੀ ਜਾਣਕਾਰੀ ਪਈ ਹੈ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਜ਼ਿਆਦਾਤਰ ਪਾਰਕਾਂ ਵਿੱਚ ਸਹੂਲਤਾਂ ਨੂੰ ਸਿਰਫ ਦਿਨ ਵਾਸਤੇ ਖੋਲ੍ਹਿਆ ਜਾ ਰਿਹਾ ਹੈ, ਚਾਹੇ ਉਹ ਟ੍ਰੇਲਸ ਹੋਣ, ਬੀਚ ਹੋਣ, ਗ੍ਰੀਨ ਸਪੇਸਿਸ ਹੋਣ ਤੇ ਰੀਕ੍ਰੀਏਸ਼ਨਲ ਬੋਟਿੰਗ ਜਾਂ ਫਿਸ਼ਿੰਗ ਹੋਵੇ। ਇਸ ਦੌਰਾਨ ਕੈਂਪਿੰਗ ਦੀਆਂ ਸਹੂਲਤਾਂ ਲਈ ਹਜੇ ਇਜਾਜ਼ਤ ਨਹੀਂ ਦਿੱਤੀ ਗਈ ਹੈ, ਜਿਸ ਦੇ ਬਾਰੇ ਕਿਹਾ ਗਿਆ ਹੈ ਕਿ ਜੂਨ 21 ਤੋਂ ਬਾਅਦ ਇਸ ਦੇ ਬਾਰੇ ਫੈਸਲਾ ਲਿਆ ਜਾ ਸਕਦਾ ਹੈ। ਇਸ ਸਮੇਂ ਜਿਹੜੀਆਂ ਪਾਰਕਾਂ ਨੂੰ ਖੋਲ੍ਹਿਆ ਗਿਆ ਹੈ ਉੱਥੇ ਲੋਕ ਕਿੰਨੇ ਕੁ ਸੁਰੱਖਿਅਤ ਰਹਿੰਦੇ ਨੇ। ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਵਿਜ਼ਟਰ ਸੈਂਟਰਸ ਤੇ ਅਜਿਹੀਆਂ ਥਾਵਾਂ ਬੰਦ ਰਹਿਣਗੀਆਂ ਹਜੇ, ਜਿਸ ਸੰਬੰਧੀ ਸਾਰੇ ਹੀ ਸੈਲਾਨੀਆਂ ਨੂੰ ਜਾਣਕਾਰੀ ਜਾਰੀ ਕੀਤੀ ਗਈ ਹੈ। ਤੇ ਨਾਲ ਹੀ ਇਹ ਕਿਹਾ ਗਿਆ ਕਿ ਹਰ ਪਾਰਕ ਦੇ ਵਿੱਚ ਹਦਾਇਤਾਂ ਲਾਈਆਂ ਜਾਣਗੀਆਂ ਤੇ ਉਹਨਾਂ ਹਦਾਇਤਾਂ ਨੂੰ ਦੇਖਦੇ ਹੋਏ ਸੈਲਾਨੀ ਧਿਆਨ ਦੇਣ ਤੇ ਆਪਣੀ ਸੁਰੱਖਿਆ ਤੇ ਦੂਜਿਆਂ ਦੀ ਸੁਰੱਖਿਆ ਦਾ ਧਿਆਨ ਰੱਖਣ। ਚੀਨ ਦੀ ਵੱਡੀ ਕੰਪਨੀ ਵਾਵੇ ਦੇ ਵਿੱਤੀ ਵਿਭਾਗ ਦੀ ਮੁਖੀ ਵੰਗ ਵਾਂਜੋ, ਜਿਸ ਨੂੰ ਕਿ ਵੈਨਕੂਵਰ 에ਅਰਪੋਰਟ ਦੇ ਉੱਤੇ ਗ੍ਰਿਫਤਾਰ ਕੀਤਾ ਗਿਆ ਸੀ, ਉਸ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਤੱਕ ਲਗਾਤਾਰ ਇਹ ਸੁਣਵਾਈ ਚੱਲ ਰਹੀ ਸੀ ਕਿ ਆਖਿਰ ਉਸ ਦੇ ਉੱਤੇ ਮਾਮਲਾ ਚੱਲਣਾ ਹੈ ਜਾਂ ਨਹੀਂ। ਮਾਮਲਾ ਹੈ ਕਿ ਅਮਰੀਕਾ ਦੇ ਵਿੱਚ ਮੰਗ ਵਾਂਜੋ ਦੀ ਮੰਗ ਕੀਤੀ ਜਾ ਰਹੀ ਹੈ ਅਧਿਕਾਰੀਆਂ ਦੇ ਵੱਲੋਂ ਇੱਕ ਵਾਵੇ ਕੰਪਨੀ ਦੇ ਉੱਤੇ ਮਾਮਲੇ ਨੂੰ ਲੈ ਕੇ, ਤੇ ਇਸ ਸੰਬੰਧੀ ਕੈਨੇਡਾ ਤੋਂ ਉਹਨਾਂ ਨੇ ਮੰਗ ਵਾਂਜੋ ਨੂੰ ਮੰਗਿਆ ਸੀ ਤੇ ਕੈਨੇਡਾ ਦੇ ਵੱਲੋਂ ਮੰਗ ਵਾਂਜੋ ਨੂੰ ਅਮਰੀਕਾ ਨੂੰ ਸੌਂਪਣ ਵਾਸਤੇ ਇਸ ਮਾਮਲੇ ਦੀ ਸੁਣਵਾਈ ਹੋਣੀ ਚਾਹੀਦੀ ਹੈ ਜਾਂ ਨਹੀਂ, ਉਸ ਦੇ ਵਿੱਚ ਅਦਾਲਤ ਨੇ ਅੱਜ ਫੈਸਲਾ ਸੁਣਾ ਦਿੱਤਾ ਹੈ, ਜਿਸ ਦੇ ਵਿੱਚ ਜੱਜ ਦੇ ਵੱਲੋਂ ਕਿਹਾ ਗਿਆ ਕਿ ਇਸ ਦੇ ਉੱਤੇ ਸੁਣਵਾਈ ਹੋਵੇਗੀ ਤੇ ਵਾਵੇ ਕੰਪਨੀ ਉੱਤੇ ਅਮਰੀਕਾ ਦੇ ਵੱਲੋਂ ਕਈ ਇਲਜ਼ਾਮ ਲਾਏ ਗਏ ਨੇ ਨਿੱਜੀ ਜਾਣਕਾਰੀ ਨੂੰ ਲੈ ਕੇ ਵੀ, ਤੇ ਇਸ ਸੰਬੰਧੀ ਮੰਗ ਵਾਂਜੋ ਨੂੰ ਅਮਰੀਕਾ ਨੂੰ ਸੌਂਪਣ ਵਾਸਤੇ ਕੈਨੇਡਾ ਦਰਮਿਆਨ ਹੁਣ ਅੱਗੇ ਹੋਰ ਸੁਣਵਾਈ ਚੱਲੇਗੀ। ਤੇ ਇਸ ਦੇ ਉੱਤੇ ਚੀਨ ਦੇ ਵੱਲੋਂ ਕੈਨੇਡਾ ਦੇ ਨਾਲ ਨਾਰਾਜ਼ਗੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਚੀਨ ਜਦੋਂ ਤੋਂ ਇਹ ਗ੍ਰਿਫਤਾਰੀ ਹੋਈ ਹੈ ਉਦੋਂ ਤੋਂ ਹੀ ਮੰਗ ਕਰ ਰਿਹਾ ਹੈ ਕਿ ਮੰਗ ਵਾਂਜੋ ਨੂੰ ਕੈਨੇਡਾ ਦੇ ਵੱਲੋਂ ਛੱਡ ਦਿੱਤਾ ਜਾਵੇ, ਪਰ ਕੈਨੇਡਾ ਤੇ ਅਮਰੀਕਾ ਦੀ ਸੰਧੀ ਹੈ ਕਿ ਜਦੋਂ ਵੀ ਕੋਈ ਵਿਅਕਤੀ ਜਿਸ ਦੀ ਅਮਰੀਕਾ ਦੇ ਵਿੱਚ ਭਾਲ ਹੋਵੇ ਤੇ ਉਹ ਕੈਨੇਡਾ ਦੇ ਵਿੱਚ ਆਉਂਦਾ ਹੈ ਤਾਂ ਕੈਨੇਡਾ ਵੱਲੋਂ ਉਸ ਨੂੰ ਅਮਰੀਕਾ ਨੂੰ ਸੌਂਪਿਆ ਜਾਂਦਾ ਹੈ ਤੇ ਕੁਝ ਇਸੇ ਤਰ੍ਹਾਂ ਅਮਰੀਕਾ ਦੇ ਵੱਲੋਂ ਕੀਤਾ ਜਾਂਦਾ ਹੈ। ਤੇ ਇਸ ਦੌਰਾਨ ਜਦੋਂ ਮੰਗ ਵਾਂਜੋ ਵੈਨਕੂਵਰ 에ਅਰਪੋਰਟ ਦੇ ਉੱਤੇ ਪਹੁੰਚੀ ਸੀ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ, ਜਿਸ ਤੋਂ ਬਾਅਦ ਵੈਨਕੂਵਰ ਦੇ ਵਿੱਚ ਉਹ ਆਪਣੇ ਇੱਕ ਘਰ ਦੇ ਵਿੱਚ ਰਹਿ ਰਹੀ ਹੈ ਉਦੋਂ ਤੋਂ, ਤੇ ਉਸ ਨੂੰ ਨਜ਼ਰਬੰਦ ਕੀਤਾ ਹੋਇਆ ਹੈ, ਜਿਸ ਤੋਂ ਬਾਅਦ ਉਸ ਨੂੰ ਕੁਝ ਖੇਤਰ ਦੇ ਵਿੱਚ ਹੀ ਜਾਣ ਦੀ ਇਜਾਜ਼ਤ ਮਿਲਦੀ ਹੈ ਤੇ ਇਸ ਦੌਰਾਨ ਪੂਰਾ ਧਿਆਨ ਰੱਖਿਆ ਜਾਂਦਾ ਹੈ ਕਿ ਉਹ ਇੱਥੋਂ ਚਲੀ ਨਾ ਜਾਵੇ। ਤੇ ਇਸੇ ਨੂੰ ਲੈ ਕੇ ਹੀ ਅਦਾਲਤ ਵਿੱਚ ਲਗਾਤਾਰ ਮਾਮਲਾ ਚੱਲ ਰਿਹਾ ਹੈ। ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਇਸ ਮਾਮਲੇ ਨੂੰ ਚੱਲਦੇ ਹੋਏ, ਤੇ ਹੁਣ ਅੱਗੇ ਦੇਖਣਾ ਹੋਵੇਗਾ ਕਿ ਹੁਣ ਅਮਰੀਕਾ ਨੂੰ ਸੌਂਪਣ ਵਾਸਤੇ ਜਿਹੜਾ ਇਹ ਮਾਮਲਾ ਸ਼ੁਰੂ ਹੋ ਚੁੱਕਿਆ ਹੈ ਉਸ ਦੇ ਉੱਤੇ ਕੀ ਫੈਸਲਾ ਆਉਂਦਾ ਹੈ। ਅਗਲੀ ਖਬਰ ਹੈ ਕਿ ਜਿਵੇਂ ਵੱਖੋ ਵੱਖਰੇ ਸੂਬੇ ਵਪਾਰਾਂ ਨੂੰ ਖੋਲ੍ਹ ਰਹੇ ਨੇ ਤੇ ਨੋਵਾ ਸਕੋਸ਼ੀਆ ਨੇ ਇਸ ਸੰਬੰਧੀ ਐਲਾਨ ਕਰ ਦਿੱਤਾ ਹੈ। ਜਿਮ, ਹੇਅਰ ਸੈਲੂਨ, ਬਾਰ ਆਪਣੇ ਬਿਜ਼ਨਸ ਖੋਲ੍ਹ ਸਕਦੇ ਨੇ, ਇਸ ਸੰਬੰਧੀ ਨੋਵਾ ਸਕੋਸ਼ੀਆ ਵੱਲੋਂ ਕਹਿ ਦਿੱਤਾ ਗਿਆ ਹੈ, ਪਰ ਕੋਵਿਡ-19 ਦੇ ਸੰਬੰਧੀ ਹਦਾਇਤਾਂ ਦੀ ਪਾਲਣਾ ਕਰਨੀ ਪਵੇਗੀ। ਲੋਕਾਂ ਦਰਮਿਆਨ ਵਿੱਥ ਬਣਾਉਣ ਨੂੰ ਲੈ ਕੇ ਸਥਾਈ ਬਣਾਉਣਾ ਪਵੇਗਾ ਕਿ ਇਸ ਦਾ ਹੱਲ ਕੱਢ ਲਿਆ ਗਿਆ ਹੈ ਤੇ ਲੋਕ ਜੇਕਰ ਉੱਥੇ ਬਿਜ਼ਨਸ ਦੇ ਵਿੱਚ ਆਉਂਦੇ ਨੇ ਤਾਂ ਉਹ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਨ। ਇਸ ਦੇ ਵਾਸਤੇ ਜਿਹੜੀ ਵੀ ਆਪਣੀ ਰਣਨੀਤੀ ਉਹਨਾਂ ਵੱਲੋਂ ਬਣਾਈ ਜਾਵੇਗੀ ਉਸ ਦੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਉਹ ਆਪਣੇ ਬਿਜ਼ਨਸ ਖੋਲ੍ਹ ਸਕਦੇ ਨੇ। ਤੇ ਇਸ ਸੰਬੰਧੀ ਨੋਵਾ ਸਕੋਸ਼ੀਆ ਤੋਂ ਸਿਹਤ ਵਿਭਾਗ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਅਗਲੀ ਖਬਰ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਐਮਰਜੈਂਸੀ ਵਿੱਚ 2 ਹਫ਼ਤੇ ਦਾ ਹੋਰ ਵਾਧਾ ਕਰ ਦਿੱਤਾ ਗਿਆ ਹੈ। ਇਹ ਐਮਰਜੈਂਸੀ ਹੁਣ ਤੱਕ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਲੱਗੀ ਸਭ ਤੋਂ ਲੰਮੀ ਐਮਰਜੈਂਸੀ ਬਣ ਗਈ ਹੈ, ਕਿਉਂਕਿ 12 ਹਫ਼ਤੇ ਦੇ ਲਈ ਹੁਣ ਇਹ ਐਮਰਜੈਂਸੀ ਲੱਗੇਗੀ। 2 ਹਫ਼ਤੇ ਹੋਰ ਵਧਾਏ ਗਏ ਨੇ। ਹੁਣ ਤੱਕ 10 ਹਫ਼ਤੇ ਦੀ ਹੀ ਐਮਰਜੈਂਸੀ 2017 ਦੇ ਵਿੱਚ ਜਦੋਂ ਅੱਗ ਦਾ ਸੀਜ਼ਨ ਸੀ ਉਸ ਸਮੇਂ ਲੱਗੀ ਸੀ। ਤੇ ਹੁਣ ਸਿਹਤ ਨੂੰ ਲੈ ਕੇ ਵੀ ਜੌਨ ਹੌਰਗਨ ਦੇ ਵੱਲੋਂ ਜੋ ਪ੍ਰੀਮੀਅਰ ਨੇ ਉਹਨਾਂ ਦੇ ਵੱਲੋਂ ਕਾਫੀ ਜਾਣਕਾਰੀ ਦਿੱਤੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ 2 ਹੋਰ ਹਫ਼ਤਿਆਂ ਵਾਸਤੇ ਐਮਰਜੈਂਸੀ ਨੂੰ ਵਧਾ ਦਿੱਤਾ ਗਿਆ ਹੈ। ਕੋਵਿਡ-19 ਪੈਂਡੈਮਿਕ ਦੇ ਕਰਕੇ ਇਸ ਐਮਰਜੈਂਸੀ ਨੂੰ ਵਧਾਉਣ ਦੇ ਨਾਲ ਹੀ ਇਹ ਸੂਬੇ ਦੇ ਵਿੱਚ ਲੱਗੀ ਹੋਈ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਲੰਮੇ ਸਮੇਂ ਦੇ ਲਈ ਐਮਰਜੈਂਸੀ ਬਣ ਚੁੱਕੀ ਹੈ। ਇੱਥੇ ਜ਼ਿਕਰਯੋਗ ਹੈ ਕਿ ਸਾਲ 2017 ਵਿੱਚ ਜੰਗਲਾਂ ਨੂੰ ਲੱਗੀ ਅੱਗ ਦੌਰਾਨ ਬ੍ਰਿਟਿਸ਼ ਕੋਲੰਬੀਆ ਵਿੱਚ 10 ਹਫ਼ਤੇ ਵਾਸਤੇ ਐਮਰਜੈਂਸੀ ਲੱਗੀ ਸੀ ਤੇ ਕੋਵਿਡ-19 ਕਰਕੇ ਲੱਗੀ ਐਮਰਜੈਂਸੀ ਦਾ ਸਮਾਂ ਕਾਫੀ ਜ਼ਿਆਦਾ ਹੋ ਗਿਆ ਤੇ ਅਗਲੇ 2 ਹੋਰ ਹਫ਼ਤਿਆਂ ਵਾਸਤੇ ਇਸ ਨੂੰ ਵਧਾ ਦਿੱਤਾ ਗਿਆ। ਇਸ ਸੰਬੰਧੀ ਪ੍ਰੀਮੀਅਰ ਜੌਨ ਹੌਰਗਨ ਨੇ ਜਾਣਕਾਰੀ ਦਿੰਦੇ ਹੋਏ ਇਹ ਵੀ ਕਿਹਾ ਕਿ ਇਸ ਦੌਰਾਨ ਵੱਖੋ-ਵੱਖਰੀਆਂ ਹਦਾਇਤਾਂ ਉਸੇ ਤਰ੍ਹਾਂ ਜਾਰੀ ਰਹਿਣਗੀਆਂ ਤੇ ਉਹਨਾਂ ਦਾ ਉਸੇ ਤਰ੍ਹਾਂ ਧਿਆਨ ਰੱਖਿਆ ਜਾਵੇ ਤੇ ਨਾਲ ਹੀ ਉਹਨਾਂ ਨੇ ਇਹ ਐਲਾਨ ਵੀ ਕੀਤਾ ਕਿ ਸੂਬੇ ਦੀ ਅਸੈਂਬਲੀ ਵਿੱਚ ਜੂਨ 22 ਤੋਂ ਵਿਧਾਇਕ ਪਰਤਣਗੇ ਤੇ ਜਿਹੜੇ ਆਪ ਉੱਥੇ ਆਉਣਾ ਚਾਹੁੰਦੇ ਨੇ ਵਿਕਟੋਰੀਆ ਉਹ ਪਹੁੰਚ ਸਕਦੇ ਨੇ, ਨਹੀਂ ਤਾਂ ਜਿੰਨੇ ਵੀ MLA ਘਰੋਂ ਵੀਡੀਓ ਕਾਲ ਦੇ ਰਾਹੀਂ ਅਸੈਂਬਲੀ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਨੇ ਉਹ ਉੱਥੇ ਲੈ ਸਕਦੇ ਨੇ। ਤੇ ਕੁਝ ਇਸੇ ਤਰ੍ਹਾਂ BC ਲਿਬਰਲ ਪਾਰਟੀ ਤੇ ਗ੍ਰੀਨ ਪਾਰਟੀ ਦੇ MLAs ਦੇ ਲਈ ਵੀ ਹੈ। ਇਸ ਦੌਰਾਨ ਪ੍ਰੀਮੀਅਰ ਜੌਨ ਹੌਰਗਨ ਦੇ ਵੱਲੋਂ ਜਦੋਂ ਐਲਾਨ ਕੀਤਾ ਗਿਆ ਤਾਂ ਉਹਨਾਂ ਨੇ ਇੱਥੇ ਜ਼ਿਕਰ ਕੀਤਾ ਕਿ ਸੂਬੇ ਦੇ ਵਿੱਚ ਇਸ ਸਮੇਂ ਹਾਲਾਤ ਪਹਿਲਾਂ ਨਾਲੋਂ ਸੁਧਰ ਰਹੇ ਨੇ ਤੇ ਕੋਵਿਡ-19 ਦੇ ਨਾਲ ਲੜਨ ਵਾਸਤੇ ਜਿਹੜੀਆਂ ਹਦਾਇਤਾਂ ਲਾਈਆਂ ਗਈਆਂ ਉਹਨਾਂ ਦੀ ਪਾਲਣਾ ਕਰਦੇ ਹੋਏ ਉਸ ਦੇ ਵਿੱਚ ਕਾਮਯਾਬੀ ਮਿਲਦੀ ਤੇ ਉਮੀਦ ਇੱਕ ਵੱਜਦੀ ਵੀ ਦਿਖਾਈ ਦੇ ਰਹੀ ਹੈ, ਜਿਸ ਨੂੰ ਲੈ ਕੇ ਵੱਖੋ-ਵੱਖਰੇ ਪੜਾਵਾਂ ਤਹਿਤ ਜ਼ਿਕਰਯੋਗ ਹੈ ਕਿ ਸੂਬੇ ਵਿੱਚ ਵੱਖੋ-ਵੱਖਰੇ ਬਿਜ਼ਨਸ ਵੀ ਖੋਲ੍ਹੇ ਜਾ ਰਹੇ ਨੇ ਤੇ ਇਸ ਸਮੇਂ ਕਈ ਮਾਲ ਵੀ ਖੁੱਲ੍ਹ ਗਏ ਨੇ ਤੇ ਉਹਨਾਂ ਵਿੱਚ ਕਈ ਸ਼ੋਰੂਮ ਵੀ ਖੋਲ੍ਹ ਦਿੱਤੇ ਗਏ ਨੇ ਤੇ ਸਭ ਤੋਂ ਬਾਅਦ ਕੈਸੀਨੋਜ਼ ਜਾਂ ਬਾਰ ਖੋਲ੍ਹਣ ਦੇ ਬਾਰੇ ਫੈਸਲਾ ਲਿਆ ਜਾ ਸਕਦਾ ਹੈ, ਪਰ ਉਦੋਂ ਤੱਕ ਰੈਸਟੋਰੈਂਟਸ ਦੇ ਵਿੱਚ ਵੀ ਜਿਹੜੇ ਆਪਣੀਆਂ ਹਦਾਇਤਾਂ ਦੇ ਸਮੇਤ ਵੱਖਰੇ ਰੱਖ ਕੇ ਗ੍ਰਾਹਕਾਂ ਨੂੰ ਉਹਨਾਂ ਦੀ ਸੁਰੱਖਿਆ ਦਾ ਧਿਆਨ ਰੱਖਦੇ ਹੋਏ ਫੈਸਲੇ ਲੈ ਰਹੇ ਨੇ ਤੇ ਉਹਨਾਂ ਨੂੰ ਇਜਾਜ਼ਤ ਮਿਲ ਰਹੀ ਹੈ ਕਿ ਉਹ ਆਪਣੇ ਬਿਜ਼ਨਸ ਖੋਲ੍ਹ ਸਕਦੇ ਨੇ। ਅਗਲੀ ਖਬਰ ਹੈ ਕਿ ਕੈਨੇਡਾ ਦੇ ਬਾਰਡਰ ਸਰਵਿਸਿਜ਼ ਦੇ ਵੱਲੋਂ ਜਾਣਕਾਰੀ ਜਾਰੀ ਕੀਤੀ ਗਈ ਹੈ ਕਿ ਸਰੀ ਨਾਲ ਲੱਗਦੇ ਬਾਰਡਰ ਤੋਂ ਨਸ਼ਾ ਬਰਾਮਦ ਕੀਤਾ ਗਿਆ ਹੈ। 20 ਕਿਲੋ ਕੋਕੇਨ ਟਰੱਕ ਦੇ ਵਿੱਚੋਂ ਬਰਾਮਦ ਕੀਤੀ ਗਈ ਤੇ ਟਰੱਕ ਡਰਾਈਵਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਨੇ ਕੋਕੇਨ ਦੀਆਂ 20 ਇੱਟਾਂ ਬਰਾਮਦ ਕੀਤੀਆਂ ਨੇ, ਜਿਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਕਿ ਸਰੀ ਨਾਲ ਲੱਗਦੇ ਪੈਸੀਫਿਕ ਹਾਈਵੇ ਬਾਰਡਰ ਕ੍ਰਾਸਿੰਗ ਦੇ ਉੱਤੇ ਉਹਨਾਂ ਨੇ ਇਹ ਜ਼ਬਤ ਕੀਤੀਆਂ ਨੇ, ਜਿੱਥੇ ਇੱਕ ਟਰੱਕ ਦੇ ਰਾਹੀਂ ਡਰਾਈਵਰ ਕੋਕੇਨ ਨੂੰ ਬਾਰਡਰ ਪਾਰ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਸੀ। 20 ਕਿਲੋ ਕੋਕੇਨ ਹੋਣ ਦਾ ਦਾਅਵਾ ਕੀਤਾ ਗਿਆ ਹੈ। ਹਰ ਇੱਟ ਦਾ ਭਾਰ 1 ਕਿਲੋ ਦਾ ਦੱਸਿਆ ਗਿਆ ਹੈ। ਮਈ 1 ਨੂੰ ਇਹ ਜ਼ਬਤ ਕੀਤਾ ਗਿਆ ਸੀ ਤੇ ਡਰਾਈਵਰ ਦੀ ਗ੍ਰਿਫਤਾਰੀ ਹੋਈ ਸੀ ਤੇ ਮਈ 27 ਨੂੰ ਇਸ ਦੇ ਬਾਰੇ ਬਾਰਡਰ ਸਰਵਿਸਿਜ਼ ਨੇ ਜਾਣਕਾਰੀ ਜਾਰੀ ਕੀਤੀ ਹੈ, ਜਿਸ ਸੰਬੰਧੀ ਉਹਨਾਂ ਨੇ ਦੱਸਿਆ ਕਿ CBSA ਪੈਸੀਫਿਕ ਰੀਜਨ ਇੰਟੈਲੀਜੈਂਸ ਸੈਕਸ਼ਨ ਬਾਰਡਰ ਸਰਵਿਸਿਜ਼ ਆਫੀਸਰਸ ਮਿਲ ਕੇ ਜਾਂਚ ਕਰ ਰਹੇ ਸਨ ਤੇ ਉਹਨਾਂ ਨੂੰ ਕਮਰਸ਼ੀਅਲ ਟਰੈਕਟਰ ਟ੍ਰੇਲਰ ਦੇ ਉੱਤੇ ਸ਼ੱਕ ਪਿਆ, ਜਿਸ ਤੋਂ ਬਾਅਦ ਜਦੋਂ ਜਾਂਚ ਕੀਤੀ ਗਈ ਤਾਂ ਉਹਨਾਂ ਨੇ CBSA ਡਿਟੈਕਟਰ ਡੌਗ ਦੀ ਵੀ ਮਦਦ ਲਈ, ਜਿਸ ਤੋਂ ਬਾਅਦ 20 ਇੱਟਾਂ ਉਹਨਾਂ ਨੇ ਜ਼ਬਤ ਕਰ ਲਈਆਂ, ਜੋ ਕਿ ਜਾਂਚ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਉਹ ਕੋਕੇਨ ਸੀ ਤੇ ਟਰੱਕ ਡਰਾਈਵਰ ਨੂੰ ਵੀ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ। ਇਸ ਸੰਬੰਧੀ ਜਾਣਕਾਰੀ ਸਾਹਮਣੇ ਆਈ ਹੈ ਕਿ ਜੋ ਨਸ਼ਾ ਇਹ ਬਰਾਮਦ ਕੀਤਾ ਗਿਆ ਉਸ ਦੀ ਬਾਜ਼ਾਰ ਵਿੱਚ ਕੀਮਤ $2.5 ਮਿਲੀਅਨ ਦੀ ਹੈ ਤੇ ਇਸ ਸੰਬੰਧੀ ਡਰਾਈਵਰ ਨੂੰ ਹੁਣ RCMP ਫੈਡਰਲ ਸੀਰੀਅਸ ਐਂਡ ਆਰਗੇਨਾਈਜ਼ਡ ਕ੍ਰਾਈਮ ਯੂਨਿਟ ਦੇ ਕੋਲ ਭੇਜ ਦਿੱਤਾ ਗਿਆ ਹੈ, ਜਿੱਥੇ ਕਿ ਹੁਣ ਇਸ ਦੇ ਉੱਤੇ ਜਾਂਚ ਚੱਲੇਗੀ। ਤਾਂ ਇਸ ਸੰਬੰਧੀ ਬਾਰਡਰ ਸਰਵਿਸ ਏਜੰਸੀ ਵੱਲੋਂ ਕਿਹਾ ਗਿਆ ਹੈ ਕਿ ਉਹ ਇਸ ਦੇ ਉੱਤੇ ਮਾਣ ਮਹਿਸੂਸ ਕਰਦੇ ਨੇ ਕਿ ਇੰਨਾ ਜ਼ਿਆਦਾ ਨਸ਼ਾ ਭਾਈਚਾਰੇ ਦੇ ਵਿੱਚ ਪਹੁੰਚਣ ਤੋਂ ਬਚ ਗਿਆ, ਜਿਸ ਨੂੰ ਕਿ ਅਧਿਕਾਰੀਆਂ ਦੇ ਵੱਲੋਂ ਜ਼ਬਤ ਕਰ ਲਿਆ ਗਿਆ। ਕੈਨੇਡਾ ਭਰ ਵਿੱਚ ਵਿੱਤੀ ਸੰਕਟ ਕੋਵਿਡ-19 ਦੇ ਕਰਕੇ ਮੰਡਰਾ ਰਿਹਾ ਮਾਹਿਰਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਤੇ ਵੱਖੋ-ਵੱਖਰੇ ਅਦਾਰਿਆਂ ਦੇ ਵਿੱਚ ਇਸ ਸੰਬੰਧੀ ਰਿਪੋਰਟ ਸਾਹਮਣੇ ਆ ਰਹੀਆਂ ਨੇ। ਤਾਂ ਕੁਝ ਇਸੇ ਤਰ੍ਹਾਂ ਘਰਾਂ ਦੀ ਮਾਰਕੀਟ ਨਾਲ ਸੰਬੰਧਿਤ ਵੀ ਰਿਪੋਰਟ ਸਾਹਮਣੇ ਆਈ ਹੈ, ਜਿਸ ਦੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਆਉਂਦੇ ਸਮੇਂ ਵਿੱਚ ਘਰਾਂ ਦੇ ਰੇਟ ਕਾਫੀ ਹੇਠਾਂ ਆ ਸਕਦੇ ਨੇ, ਘਰਾਂ ਦੀ ਵਿਕਰੀ ਘਟ ਸਕਦੀ ਹੈ ਤੇ ਘਰਾਂ ਦਾ ਨਿਰਮਾਣ ਵੀ ਘਟ ਸਕਦਾ ਹੈ। ਕੋਵਿਡ-19 ਦੇ ਕਾਰਨ ਪੈਦਾ ਹੋਏ ਹਾਲਾਤ ਨੂੰ ਦੇਖਦੇ ਹੋਏ ਵਿੱਤੀ ਸੰਕਟ ਦੇ ਕਾਰਨ ਕੈਨੇਡਾ ਦੇ ਹਾਊਸਿੰਗ ਏਜੰਸੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਹੋ ਸਕਦਾ ਹੈ ਕਿ ਇਸ ਸਾਲ ਦੇ ਅੰਤ ਤੱਕ ਘਰਾਂ ਦੀ ਵਿਕਰੀ ਤੇ ਘਰਾਂ ਦੇ ਰੇਟ ਕਾਫੀ ਹੇਠਾਂ ਆ ਜਾਣ ਤੇ ਇਸ ਤੋਂ 2022 ਤੱਕ ਉਭਰਿਆ ਨਹੀਂ ਜਾ ਸਕੇਗਾ। ਇਸ ਦੌਰਾਨ
ਕੈਨੇਡਾ ਮੌਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਦੇ ਵੱਲੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ 9 ਤੋਂ 18% ਤੱਕ ਘਰਾਂ ਦੇ ਰੇਟ ਹੇਠਾਂ ਆ ਜਾਣਗੇ। ਇੱਥੋਂ ਤੱਕ ਕਿ ਜਿੱਥੇ ਤੇਲ ਕੱਢਿਆ ਜਾਂਦਾ ਹੈ ਉਹਨਾਂ ਖੇਤਰਾਂ ਵਿੱਚ 25% ਤੱਕ ਘਰਾਂ ਦੇ ਰੇਟ ਹੇਠਾਂ ਆਉਣਗੇ ਤੇ ਮੁੜ ਤੋਂ ਘਰਾਂ ਦੇ ਰੇਟ ਲੀਹ ਤੇ ਆਉਣ ਦੀ ਸ਼ੁਰੂਆਤ ਜਦੋਂ ਹੋਵੇਗੀ ਉਹ 2021 ਦੇ ਮੱਧ ਤੋਂ ਹੋਣੀ ਹੋਵੇਗੀ, ਪਰ 2022 ਤੱਕ ਇਸ ਦਾ ਅਸਰ ਦੇਖਿਆ ਜਾ ਸਕੇਗਾ। ਇਸ ਦੌਰਾਨ ਕਿਹਾ ਜਾ ਰਿਹਾ ਹੈ ਕਿ ਕੋਵਿਡ-19 ਤੋਂ ਬਾਅਦ ਘਰਾਂ ਦੀ ਮਾਰਕੀਟ ਵਿੱਚ ਇੱਕ ਇਤਿਹਾਸਕ ਰਿਸੈਸ਼ਨ ਆਵੇਗਾ, ਜਿਸ ਤੋਂ ਬਾਅਦ ਕੈਨੇਡਾ ਭਰ ਦੇ ਵਿੱਚ ਦੇਖਿਆ ਜਾਵੇਗਾ ਕਿ ਵਿੱਤੀ ਪੱਧਰ ਦੇ ਉੱਤੇ ਸੰਕਟ ਆਉਣ ਨਾਲ ਘਰਾਂ ਦੀ ਵਿਕਰੀ ਤਾਂ ਘਟੇਗੀ ਹੀ, ਘਰਾਂ ਦੇ ਰੇਟ ਵੀ ਘਟਣਗੇ ਤੇ ਨਾਲ ਹੀ ਘਰਾਂ ਦਾ ਬਣਨਾ ਵੀ ਘਟ ਜਾਵੇਗਾ। ਨਿਰਮਾਣ ਦੇ ਕੰਮ ਦੇ ਉੱਤੇ ਵੀ ਇਸ ਦਾ ਕਾਫੀ ਜ਼ਿਆਦਾ ਪ੍ਰਭਾਵ ਪਵੇਗਾ। ਇਸ ਸੰਬੰਧੀ ਇਸ ਰਿਪੋਰਟ ਵਿੱਚ ਜਾਰੀ ਜਾਣਕਾਰੀ ਦੇ ਵਿੱਚ ਦਾਅਵਾ ਕੀਤਾ ਗਿਆ ਹੈ। CMHS ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ 19 ਤੋਂ 29% ਤੱਕ ਵਿਕਰੀ ਘਟ ਜਾਵੇਗੀ ਉਸ ਨਾਲੋਂ ਜੋ ਕੋਵਿਡ-19 ਦੇ ਆਉਣ ਤੋਂ ਪਹਿਲਾਂ ਹੋ ਰਹੀ ਸੀ। ਇਸ ਦੇ ਨਾਲ ਹੀ ਅਗਲੇ ਸਾਲ ਤੱਕ 50% ਤੱਕ ਘਰਾਂ ਦਾ ਨਿਰਮਾਣ ਹੋਣਾ ਵੀ ਘਟ ਜਾਵੇਗਾ, ਕਿਉਂਕਿ ਸਾਰੀ ਹੀ ਮਾਰਕੀਟ ਦੇ ਉੱਤੇ ਇਸ ਦਾ ਪ੍ਰਭਾਵ ਦੇਖਣ ਨੂੰ ਮਿਲੇਗਾ। ਅਗਲੀ ਖਬਰ ਹੈ ਐਬਸਫੋਰਡ ਤੋਂ। ਐਬਸਫੋਰਡ ਪੁਲਿਸ ਨੇ ਕੁਝ ਵਿਅਕਤੀਆਂ ਨੂੰ ਲੱਭਣ ਵਾਸਤੇ ਤੇ ਇੱਕ ਵਾਹਨ ਦੀ ਪਛਾਣ ਕਰਨ ਵਾਸਤੇ ਮਦਦ ਦੇ ਲਈ ਸਹਿਯੋਗ ਦੀ ਮੰਗ ਕੀਤੀ ਹੈ। ਮਾਮਲਾ ਦੋ ਧਿਰਾਂ ਦਰਮਿਆਨ ਲੜਾਈ ਦਾ ਹੈ। ਐਬਸਫੋਰਡ ਪੁਲਿਸ ਨੇ ਕੁਝ ਤਸਵੀਰਾਂ ਜਾਰੀ ਕਰਦੇ ਹੋਏ ਜਾਣਕਾਰੀ ਜਾਰੀ ਕੀਤੀ ਹੈ ਤੇ ਨਾਲ ਹੀ ਮਦਦ ਦੀ ਮੰਗ ਕੀਤੀ ਹੈ। ਦਰਅਸਲ ਮਈ 22, 2020 ਨੂੰ ਦੁਪਹਿਰ 3:15 ਦੇ ਉੱਤੇ ਐਬਸਫੋਰਡ ਪੁਲਿਸ ਅਧਿਕਾਰੀਆਂ ਨੂੰ 31970 ਸਾਊਥ ਫਰੇਜ਼ਰ ਵੇ ਦੇ ਉੱਤੇ ਮਾਲ ਦੀ ਪਾਰਕਿੰਗ ਵਿੱਚ ਬੁਲਾਇਆ ਗਿਆ, ਜਿੱਥੇ ਉਹਨਾਂ ਨੂੰ ਖਬਰ ਮਿਲੀ ਸੀ ਕਿ ਦੋ ਧਿਰਾਂ ਦਰਮਿਆਨ ਲੜਾਈ ਹੋ ਰਹੀ ਹੈ। ਦੋਵਾਂ ਦਰਮਿਆਨ ਗੱਲਬਾਤ ਵਿੱਚ ਬਹਿਸ ਹੋ ਰਹੀ ਸੀ, ਜਿਸ ਤੋਂ ਬਾਅਦ ਇੱਕ ਨੇ ਦੂਜੀ ਧਿਰ ਦੇ ਉੱਤੇ ਪੇਪਰ ਸਪਰੇਅ ਕਰ ਦਿੱਤੀ ਤੇ ਉਸ ਤੋਂ ਬਾਅਦ ਵਾਹਨ ਲੈ ਕੇ ਉੱਥੋਂ ਫਰਾਰ ਹੋ ਗਿਆ। ਇਸ ਦੌਰਾਨ ਜੋ ਪੇਪਰ ਸਪਰੇਅ ਕੀਤੀ ਗਈ ਉਹ ਇੱਕ ਬੇਕਸੂਰ ਔਰਤ ਦੇ ਉੱਤੇ ਜਾ ਪਈ ਤੇ ਉਸ ਦੀ ਹਾਲਤ ਵੀ ਕਾਫੀ ਖਰਾਬ ਹੋ ਗਈ, ਜਿਸ ਤੋਂ ਬਾਅਦ ਉਸ ਦੇ ਵਾਹਨ ਦੇ ਨਾਲ ਵੀ ਉਸ ਸਮੇਂ ਉਹ ਵਿਅਕਤੀ ਆਪਣੇ ਵਾਹਨ ਨਾਲ ਟਕਰਾ ਗਿਆ ਜਦੋਂ ਉਹ ਉੱਥੋਂ ਦੌੜ ਰਿਹਾ ਸੀ, ਜਿਸ ਦੀ ਤਸਵੀਰ ਵੀ ਪੁਲਿਸ ਨੇ ਜਾਰੀ ਕੀਤੀ ਹੈ ਤੇ ਨਾਲ ਹੀ ਵਾਹਨ ਦੀ ਤਸਵੀਰ ਜਾਰੀ ਕੀਤੀ ਹੈ, ਜਿਸ ਨੂੰ ਲੈ ਕੇ ਉਹ ਪਾਰਕਿੰਗ ਵਿੱਚੋਂ ਫਰਾਰ ਹੋਇਆ। ਇਸ ਦੌਰਾਨ ਪੁਲਿਸ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਇਸ ਵਿਅਕਤੀ ਦੀ ਜਾਂ ਵਾਹਨ ਦੀ ਪਛਾਣ ਹੋਵੇ ਤਾਂ ਉਹਨਾਂ ਦੇ ਨਾਲ ਸਿੱਧਾ ਸੰਪਰਕ ਕੀਤਾ ਜਾ ਸਕਦਾ ਹੈ, ਜਿਨ੍ਹਾਂ ਦੇ ਨਾਲ 604 859 5225 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ ਤੇ ਨਾਲ ਹੀ ਜੇਕਰ ਕਿਸੇ ਕੋਲ ਡੈਸ਼ ਕੈਮ ਵੀਡੀਓ ਜਾਂ ਫਿਰ CCTV ਫੁਟੇਜ ਹੋਵੇ ਤਾਂ ਵੀ ਉਹਨਾਂ ਦੇ ਨਾਲ ਜ਼ਰੂਰ ਸਾਂਝੀ ਕੀਤੀ ਜਾਵੇ। ਮਾਮਲੇ ਦੇ ਉੱਤੇ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਅਗਲੀ ਖਬਰ ਓਨਟਾਰੀਓ ਤੋਂ ਹੈ। ਦਰਅਸਲ ਓਨਟਾਰੀਓ ਦੇ ਵਿੱਚ ਜਦੋਂ ਤੋਂ ਬਜ਼ੁਰਗਾਂ ਨਾਲ ਸੰਬੰਧਿਤ ਰਿਪੋਰਟ ਸਾਹਮਣੇ ਆਈ ਹੈ, ਸੀਨੀਅਰ ਹੋਮਸ ਦੇ ਸੰਬੰਧੀ ਸਖਤ ਕਾਰਵਾਈ ਤੇ ਸਖਤ ਕਦਮ ਚੁੱਕਣੇ ਲਗਾਤਾਰ ਜਾਰੀ ਨੇ ਤੇ ਇਸੇ ਨੂੰ ਲੈ ਕੇ ਹੁਣ ਓਨਟਾਰੀਓ ਸਰਕਾਰ ਨੇ ਅੱਜ ਫੈਸਲਾ ਸੁਣਾਇਆ ਕਿ 5 ਹੋਰ ਸੀਨੀਅਰ ਹੋਮਸ ਨੂੰ ਸੂਬਾ ਸਰਕਾਰ ਆਪਣੇ ਅਧੀਨ ਲੈ ਰਹੀ ਹੈ, ਜਿਸ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਵੱਲੋਂ ਚੁੱਕੀ ਜਾਵੇਗੀ। ਇਸ ਤੋਂ ਪਹਿਲਾਂ 2 ਜਿਹੜੇ ਸੀਨੀਅਰ ਹੋਮ ਨੇ ਉਹਨਾਂ ਦੀ ਜ਼ਿੰਮੇਵਾਰੀ ਵੀ ਲਈ ਗਈ ਹੈ, ਜਿੱਥੇ ਕਿ ਬਜ਼ੁਰਗਾਂ ਦੀ ਹਾਲਤ ਦਾ ਧਿਆਨ ਰੱਖਿਆ ਜਾਵੇਗਾ। ਜਿੱਥੋਂ ਫੌਜੀਆਂ ਦੇ ਵੱਲੋਂ ਰਿਪੋਰਟ ਸਾਂਝੀ ਕੀਤੀ ਗਈ ਕਿ ਬਜ਼ੁਰਗਾਂ ਦੇ ਮੰਦੇ ਹਾਲਾਤ ਉੱਥੋਂ ਦੱਸੇ ਗਏ ਨੇ। ਕੱਲ੍ਹ ਵੀ ਤੁਹਾਨੂੰ ਇਸ ਦੇ ਉੱਤੇ ਇੱਕ ਰਿਪੋਰਟ ਦਿਖਾਈ ਸੀ, ਜਿਸ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਵੀ ਜ਼ਿਕਰ ਕੀਤਾ ਤੇ ਪ੍ਰਧਾਨ ਮੰਤਰੀ ਨੇ ਵੀ ਕਿਹਾ ਕਿ ਸੂਬੇ ਨੂੰ ਕਿਸੇ ਮਦਦ ਦੀ ਫੈਡਰਲ ਸਰਕਾਰ ਵੱਲੋਂ ਲੋੜ ਹੋਵੇ ਤਾਂ ਜ਼ਰੂਰ ਮਦਦ ਕੀਤੀ ਜਾਵੇਗੀ। ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਜ਼ੁਰਗਾਂ ਦੀ ਹਾਲਤ ਜੋ ਸੀਨੀਅਰ ਹੋਮਸ ਦੇ ਵਿੱਚੋਂ ਰਿਪੋਰਟ ਦੇ ਵਿੱਚ ਸਾਹਮਣੇ ਆਈ ਉਸ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ। Tomorrow, I plan on raising what's happening in nursing homes and long-term care facilities with the premiers during our weekly call. I will once again offer our government's support as they try to get the situation under control. As I've said many times, we need to do a better job of caring for seniors. They raised us, they built this country, they deserve better. ਇਸ ਨਾਲ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜੋ ਬਜ਼ੁਰਗਾਂ ਬਾਰੇ ਦੱਸਿਆ ਤੇ ਨਾਲ ਹੀ ਹੋਰ ਕੀ ਅੱਜ ਐਲਾਨ ਕੀਤੇ ਨੇ ਨੌਕਰੀਆਂ ਨਾਲ ਸੰਬੰਧਿਤ, ਉਹ ਤੁਹਾਨੂੰ ਹੁਣ ਦੱਸਾਂਗੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਜੋ ਐਲਾਨ ਕੀਤੇ ਨੇ ਉਸ ਵਿੱਚ ਸਭ ਤੋਂ ਅਹਿਮ ਸੀ ਕਿ ਨੌਕਰੀਆਂ ਦੇ ਬਾਰੇ। ਦਰਅਸਲ ਪ੍ਰਧਾਨ ਮੰਤਰੀ ਨੇ ਇਸ ਮੌਕੇ ਦੱਸਿਆ ਕਿ CERB ਤਾਂ ਕੁਝ ਸਮੇਂ ਲਈ ਮੌਜੂਦ ਹੈ, ਪਰ ਵੇਜ ਸਬਸਿਡੀ ਲੰਮੇ ਸਮੇਂ ਲਈ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਦੇ ਲਈ $9 ਬਿਲੀਅਨ ਦਾ ਜੋ ਬਜਟ ਜਾਰੀ ਕੀਤਾ ਗਿਆ ਸੀ, ਉਸ ਤਹਿਤ ਵਿਦਿਆਰਥੀਆਂ ਨੂੰ ਵੀ ਮਦਦ ਦਿੱਤੀ ਜਾ ਰਹੀ ਹੈ। ਵੱਖੋ ਵੱਖਰੇ ਪੱਧਰ ਦੇ ਉੱਤੇ ਫੈਡਰਲ ਸਰਕਾਰ ਦੇ ਵੱਲੋਂ ਜੋ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ ਉਸ ਦਾ ਜ਼ਿਕਰ ਕੀਤਾ ਗਿਆ। ਤਾਂ ਨਾਲ ਹੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਦੇ ਲਈ 45,000 ਨੌਕਰੀਆਂ ਇਸ ਸਮੇਂ ਮੌਜੂਦ ਨੇ। job.bank.ca ਦੇ ਉੱਤੇ ਜਾ ਕੇ ਉਹਨਾਂ ਨੌਕਰੀਆਂ ਦੇ ਲਈ ਅਪਲਾਈ ਕੀਤਾ ਜਾ ਸਕਦਾ ਹੈ, ਜਿਸ ਸੰਬੰਧੀ ਜਾਣਕਾਰੀ ਪ੍ਰਧਾਨ ਮੰਤਰੀ ਨੇ ਆਪ ਸਾਂਝੀ ਕੀਤੀ ਹੈ। During the first few weeks of the crisis, people's lives were turned upside down.
Hundreds of thousands of Canadians lost their job through no fault of their own, without warning, because of this pandemic. It put enormous financial pressure on everyone from students to young professionals to families. So we brought in the Canada Emergency Response Benefit to support people until they're able to get back to work. And to help as many Canadians as possible keep their jobs or get hired, we introduced the Canada Emergency Wage Subsidy. We also unveiled our $9 billion plan to help students and recent grads get through the next few months. We now have over 45,000 jobs available for young people. If you or someone you know is interested, go to jobbank.ca to apply. Now, as provinces and territories restart some activities and many people head back to work, fewer people will need the help of the CERB. But the wage subsidy will continue to be there to support Canadians and make sure they can get paid their salaries. Maintaining the connection between employer and employee is key not just to helping people get back on their feet, but to keeping our economy strong. That's why it's so important that employers take advantage of this program and rehire workers. Obviously, we need to make sure that in Canada there is a better job of supporting our seniors, particularly in long-term care centres. That's why we are there to help, and we've offered to help with the provinces. We will, of course, always respect provincial jurisdictions, but we will be part of those conversations. In the immediate, we need to make sure that help is improving, that help is getting to people who need it and to centres who need it. That's why we're there with the military and why we're looking at other ways of helping in the short term as well. But for the longer term conversations, well, those need to be had, because coming out of this pandemic and into the future, we need to make sure we're doing a better job of supporting our seniors, and the federal government is there to work with the provinces while respecting their jurisdiction. ਅੰਤ ਵਿੱਚ ਇੱਕ ਨਜ਼ਰ ਹੈਡਲਾਈਨਸ ਤੇ। ਸਭ ਤੋਂ ਪਹਿਲਾਂ ਦੱਸਾਂਗੇ ਕੈਨੇਡਾ ਭਰ ਵਿੱਚ ਕੋਰੋਨਾ ਵਾਇਰਸ ਦੇ ਕੀ ਹੋਏ ਅੰਕੜੇ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਕੀਤਾ ਸਾਂਝਾ, ਦੇਸ਼ ਵਿੱਚ ਐਂਟਰੀ ਮੌਕੇ ਘੱਟ ਸਮੇਂ 'ਚ ਵਿਹਲੇ ਹੋਣ ਲਈ ਐਪ ਰਾਹੀਂ ਦਵੋ ਜਾਣਕਾਰੀ। ਖਬਰਾਂ 'ਚ ਦੱਸਾਂਗੇ ਕਿਵੇਂ। ਜੂਨ ਤੋਂ ਨੈਸ਼ਨਲ ਪਾਰਕਾਂ ਖੋਲ੍ਹਣ ਦੀ ਦਿੱਤੀ ਗਈ ਇਜਾਜ਼ਤ। ਪਾਰਕਸ ਕੈਨੇਡਾ ਤੇ ਜਾ ਕੇ ਦੇਖੋ ਕਿਹੜੀਆਂ ਪਾਰਕਾਂ ਨੂੰ ਖੋਲ੍ਹ ਦੇਣ ਦੀ ਮਿਲ ਰਹੀ ਹੈ ਇਜਾਜ਼ਤ। ਵਾਵੇ ਦੇ ਵਿੱਤੀ ਵਿਭਾਗ ਦੀ ਮੁਖੀ ਦੇ ਉੱਤੇ ਕੈਨੇਡਾ ਵਿੱਚ ਚੱਲੇਗਾ ਕੇਸ। ਜੱਜ ਨੇ ਅੱਜ ਕੀ ਕੀਤੀ ਸੁਣਵਾਈ, ਦੱਸਾਂਗੇ। ਨੋਵਾ ਸਕੋਸ਼ੀਆ ਵਿੱਚ ਬਾਰ, ਜਿਮ, ਹੇਅਰ ਸੈਲੂਨ ਜੂਨ 5 ਤੋਂ ਖੋਲ੍ਹਣ ਦਾ ਕੀਤਾ ਗਿਆ ਐਲਾਨ। ਬ੍ਰਿਟਿਸ਼ ਕੋਲੰਬੀਆ ਵਿੱਚ ਪ੍ਰੀਮੀਅਰ ਨੇ ਅੱਜ ਕੀ ਕੀਤੇ ਐਲਾਨ ਤੇ ਨਾਲ ਹੀ ਐਮਰਜੈਂਸੀ ਦੇ ਵਿੱਚ ਕੀਤਾ ਵਾਧਾ, ਦੱਸਾਂਗੇ ਹੋਰ ਕੀ ਦਿੱਤੀ ਜਾਣਕਾਰੀ। ਕੈਨੇਡਾ ਬਾਰਡਰ ਤੇ ਮਿਲੀ 20 ਕਿਲੋ ਕੋਕੇਨ, ਟਰੱਕ ਡਰਾਈਵਰ ਗ੍ਰਿਫਤਾਰ। ਇੱਕ ਰਿਪੋਰਟ ਆਈ ਸਾਹਮਣੇ, ਆਉਂਦੇ ਸਮੇਂ ਵਿੱਚ ਕੈਨੇਡਾ ਵਿੱਚ ਸਸਤੇ ਹੋ ਜਾਣਗੇ ਘਰ ਤੇ ਘਰਾਂ ਦੀ ਵਿਕਰੀ ਵੀ ਘਟਣ ਦਾ ਅੰਦਾਜ਼ਾ। ਓਨਟਾਰੀਓ ਸਰਕਾਰ ਨੇ 5 ਹੋਰ ਸੀਨੀਅਰ ਹੋਮਸ ਦੀ ਲਈ ਜ਼ਿੰਮੇਵਾਰੀ। ਬਜ਼ੁਰਗਾਂ ਦੇ ਬਾਰੇ ਸਾਹਮਣੇ ਆਈ ਰਿਪੋਰਟ ਤੋਂ ਬਾਅਦ ਇਹ ਫੈਸਲੇ। ਇਸ ਦੇ ਨਾਲ ਅੱਜ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।